ਸਾਥੀਓ, ਆਓ ਹੁਣ ਸੁਣਦੇ ਹਾਂ ਧੰਨਵਾਦੀ ਨੋਟ, ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਵਿੱਚੋਂ। ਆਮ ਤੌਰ ਤੇ ਲਗਭਗ 40 ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਯਾਦ ਰੱਖਣਾ ਮੁਸ਼ਕਲ ਹੁੰਦਾ ਹੈ। ਜੇ ਤੁਸੀਂ ਕਿਸੇ ਤਰ੍ਹਾਂ ਉਹਨਾਂ ਨੂੰ ਯਾਦ ਵੀ ਰੱਖ ਸਕਦੇ ਹੋ ਤਾਂ ਉਹਨਾਂ ਨੂੰ ਇੱਕ ਵਾਸਤਵਿਕ ਸਮਾਂ ਸੀਮਾ ਦੇ ਅੰਦਰ ਰੱਖਣਾ ਹੋਰ ਵੀ ਮੁਸ਼ਕਲ ਹੁੰਦਾ ਹੈ। ਪਰ ਜਦੋਂ ਘਟਨਾਵਾਂ ਬਹੁਤ ਜ਼ਿਆਦਾ ਰਾਸ਼ਟਰੀ ਮਹੱਤਵ ਦੀਆਂ ਹੁੰਦੀਆਂ ਹਨ ਤਾਂ ਉਹ ਤੁਹਾਡੀ ਯਾਦਦਾਸ਼ਤ ਦਾ ਇੱਕ ਹਿੱਸਾ ਬਣ ਜਾਂਦੀਆਂ ਹਨ ਅਤੇ ਇਸ ਨੂੰ ਆਸਾਨੀ ਨਾਲ ਭੁੱਲਿਆ ਨਹੀਂ ਜਾ ਸਕਦਾ। ਅਸਲ ਵਿੱਚ ਸਮੇਂ ਦੇ ਬੀਤਣ ਨਾਲ ਉਹਨਾਂ ਘਟਨਾਵਾਂ ਦੀਆਂ ਯਾਦਾਂ ਦਾ ਬੋਝ ਤੁਹਾਨੂੰ ਬਿਨਾਂ ਕਿਸੇ ਦੇਰੀ ਦੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਨੂੰ ਉਤਾਰਨ ਦੇ ਲਈ ਮਜਬੂਰ ਕਰਦਾ ਹੈ। ਮੇਰੇ ਲਈ ਇੱਥੇ ਕਿਤਾਬ ਦੀਆਂ ਕਈ ਘਟਨਾਵਾਂ ਬਾਰੇ ਇੱਕ ਕਿਤਾਬ ਲਿਖਣਾ ਆਪਣੇ ਆਪ ਤੋਂ ਬੋਝ ਲਾਉਣ ਲਈ ਸਭ ਤੋਂ ਢੁਕਵੀਂ ਚੋਣ ਸੀ। ਇਸ ਪੁਸਤਕ ਦੀ ਸਮੱਗਰੀ 2 ਪੜਾਵਾਂ ਵਾਲੇ ਚੋਟੀ ਦੇ ਗੁਪਤ ਆਪਰੇਸ਼ਨ ਦੇ ਦੁਆਲੇ ਘੁੰਮਦੀ ਹੈ, ਜਿਸ ਨੂੰ ਮੈਂ ਆਪਰੇਸ਼ਨ ਭਿੰਡਰਾਂ ਵਾਲੇ ਖਾਲਿਸਤਾਨ ਦਾ ਨਾਮ ਦਿੱਤਾ ਹੈ। ਇੱਕ ਅਕਬਰ ਰੋਡ, ਨਵੀਂ ਦਿੱਲੀ ਵਿਖੇ ਸਥਿਤ ਪ੍ਰਧਾਨ ਮੰਤਰੀ ਦੇ ਰਿਹਾਇਸ਼ੀ ਦਫ਼ਤਰ ਵਿੱਚ ਕੰਮ ਕਰ ਰਹੇ ਕੁਝ ਸੀਨੀਅਰ ਅਤੇ ਪ੍ਰਭਾਵਸ਼ਾਲੀ ਕਾਂਗਰਸੀ ਨੇਤਾਵਾਂ ਨੇ ਇਸ ਆਪਰੇਸ਼ਨ ਦੀ ਸ਼ੁਰੂਆਤ ਅਤੇ ਪ੍ਰਬੰਧਨ ਕੀਤਾ ਸੀ। ਆਮ ਤੌਰ ਤੇ ਅਜਿਹੇ ਕਾਰਜਾਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਅਤੇ ਹਰ ਚੀਜ਼ ਦਾ ਫੈਸਲਾ ਜ਼ਬਾਨੀ ਹੀ ਕਰ ਲਿਆ ਜਾਂਦਾ ਹੈ। ਕਿਉਂਕਿ ਉਸ ਆਪਰੇਸ਼ਨ ਵਿੱਚ ਕੁਝ ਵਿਦੇਸ਼ੀ ਅੰਗ ਸਨ ਤਾਂ ਰਾਅ ਦਾ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਹੋਣਾ ਲਾਜ਼ਮੀ ਸੀ। ਇਸੇ ਸੰਦਰਭ ਵਿੱਚ ਮੇਰੇ ਆਪਣੇ ਨਿੱਜੀ ਤਜਰਬੇ ਅਤੇ ਆਪਰੇਸ਼ਨ ਨਾਲ ਸੰਬੰਧਿਤ ਸੂਝ-ਬੂਝ ਸੀ ਅਤੇ ਇਹੀ ਇਸ ਕਿਤਾਬ ਦਾ ਧੁਰਾ ਬਣਦੇ ਹਨ। ਪਰ ਕੁਝ ਪਾੜੇ ਭਰਨ ਲਈ ਵਾਧੂ ਜਾਣਕਾਰੀ ਦੀ ਵੀ ਲੋੜ ਸੀ। ਜ਼ਿਆਦਾਤਰ ਅਖਬਾਰਾਂ, ਰਸਾਲਿਆਂ ਤੇ ਹੋਰ ਮੀਡੀਆ ਜਿਨ੍ਹਾਂ ਦਾ ਪ੍ਰਬੰਧਨ ਭਾਰਤ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਅਤੇ ਏਜੰਸੀਆਂ ਦਾ ਢੁਕਵੇਂ ਤੌਰ ਤੇ ਕੰਟਰੋਲ ਸੀ, ਨੇ ਇਸ ਘਟਨਾਕ੍ਰਮ ਦੇ ਵਿਗੜੇ ਹੋਏ ਨਹੀਂ ਤਾਂ ਮਨਘੜਤ ਵਿਚਾਰ ਜ਼ਰੂਰ ਦਿੱਤੇ। ਬਾਕੀ ਆਪਰੇਸ਼ਨ ਦੀ ਅਸਲ ਪ੍ਰਵਿਰਤੀ ਨੂੰ ਸਮਝ ਨਹੀਂ ਸਕੇ ਅਤੇ ਘਟਨਾਵਾਂ ਦੇ ਬਾਰੀਕੀ ਨਾਲ ਪ੍ਰਬੰਧਿਤ ਪ੍ਰਵਾਹ ਵਿੱਚ ਹੱਦੋਂ ਵੱਧ ਉਤਸ਼ਾਹਿਤ ਹੋ ਗਏ। ਇਸ ਦੇ ਬਾਵਜੂਦ ਇੰਡੀਆ ਟੁਡੇ ਅਤੇ ਇੰਡੀਅਨ ਐਕਸਪ੍ਰੈਸ ਵਰਗੇ ਕੁਝ ਪ੍ਰਕਾਸ਼ਿਤ ਸਾਧਨਾਂ ਨੇ ਲਾਭਦਾਇਕ ਜਾਣਕਾਰੀ ਪ੍ਰਦਾਨ ਕੀਤੀ। ਇਨ੍ਹਾਂ ਪ੍ਰਕਾਸ਼ਿਤ ਸਰੋਤਾਂ ਤੋਂ ਹਵਾਲਿਆਂ ਵਜੋਂ ਲਏ ਗਏ ਅਜਿਹੇ ਲੇਖਾਂ ਅਤੇ ਖਬਰਾਂ ਨੂੰ ਸਿਹਰਾ ਦੇ ਦਿੱਤਾ ਗਿਆ ਹੈ। ਉਲਝਣਾ ਭਰੀ ਪਹੇਲੀ ਵਰਗੇ ਇਸ ਆਪਰੇਸ਼ਨ ਬਾਰੇ ਕੁਝ ਸ਼ੰਕਿਆਂ ਨੂੰ ਦੂਰ ਕਰਨ ਵਿੱਚ ਕੁਝ ਕਿਤਾਬਾਂ ਬਹੁਤ ਲਾਭਦਾਇਕ ਸਾਬਤ ਹੋਈਆਂ। ਕੁਝ ਹੋਰ ਕਿਤਾਬਾਂ ਨੇ ਕੁਝ ਅਜਿਹੀ ਜਾਣਕਾਰੀ ਦੀ ਪੁਸ਼ਟੀ ਵੀ ਕੀਤੀ ਜੋ ਸੇਵਾ ਦੌਰਾਨ ਮੇਰੇ ਧਿਆਨ ਵਿੱਚ ਆਈ ਸੀ। ਇਨ੍ਹਾਂ ਵਿੱਚੋਂ ਕੁਝ ਕਿਤਾਬਾਂ ਸੀਨੀਅਰ ਸਰਕਾਰੀ ਅਧਿਕਾਰੀਆਂ ਦੁਆਰਾ ਲਿਖੀਆਂ ਗਈਆਂ ਸਨ ਜਿਨ੍ਹਾਂ ਨੇ ਉਸ ਸਮੇਂ ਅਹਿਮ ਅਹੁਦਿਆਂ ਤੇ ਕੰਮ ਕੀਤਾ ਸੀ। ਇਨ੍ਹਾਂ ਵਿੱਚ ਸ਼ਾਮਲ ਹਨ ਸਾਬਕਾ ਕੈਬਨਿਟ ਸਕੱਤਰ B.G. ਦੇਸ਼ਮੁਖ ਦੁਆਰਾ ਲਿਖਿਤ ਫਰਮ ਪੂਨਾ ਟੂ ਪ੍ਰਾਈਮ ਮਿਨਿਸਟਰਜ਼ ਆਫਿਸ, ਉਸ ਵਕਤ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ P.C. ਅਲੈਗਜ਼ੈਂਡਰ ਦੀ ਕਿਤਾਬ ਥਰੂ ਦ ਕੋਰੀਡੋਰਜ਼ ਆਫ ਪਾਵਰ ਅਤੇ ਰਾਅ ਦੇ ਸਾਬਕਾ ਵਧੀਕ ਸਕੱਤਰ B. ਰਾਮਨ ਦੀ ਕਿਤਾਬ ਕਾਊਬॉयਜ਼ ਆਫ ਰਾਅ ਡਾਊਨ ਮੈਮਰੀ ਲੇਨ। ਕੁਝ ਹੋਰ ਕਿਤਾਬਾਂ ਜਿਨ੍ਹਾਂ ਉੱਤੇ ਮੈਂ ਭਰੋਸਾ ਕੀਤਾ ਹੈ ਮਸ਼ਹੂਰ ਪੱਤਰਕਾਰਾਂ ਦੁਆਰਾ ਲਿਖੀਆਂ ਗਈਆਂ ਹਨ। ਉਦਾਹਰਣ ਵਜੋਂ ਮਾਰਕ ਟਲੀ ਅਤੇ ਸਤੀਸ਼ ਜੈਕਬ ਦੀ ਕਿਤਾਬ ਮਿਸਿਸ ਗਾਂਧੀਜ਼ ਲਾਸਟ ਬੈਟਲ, ਕੁਲਦੀਪ ਨਈਅਰ ਦੀ ਬਿਯੋਂਡ ਦ ਲਾਈਨਜ਼ ਐਨ ਆਟੋਬਾਇਓਗ੍ਰਾਫੀ ਅਤੇ G.S. ਚਾਵਲਾ ਦੀ ਕਿਤਾਬ ਬਲੱਡਸ਼ੈਡ ਇਨ ਪੰਜਾਬ ਅਨਟੋਲਡ ਸਾਗਾ ਆਫ ਡਿਸੀਟ ਐਂਡ ਸੈਬੋਟਾਜ। 1984 ਐਂਟੀ ਸਿੱਖ ਵਾਇਲੈਂਸ, ਦਿੱਲੀ ਵਿਖੇ ਸਿੱਖ ਵਿਰੋਧੀ ਕਤਲੇਆਮ ਦਾ ਚਸ਼ਮਦੀਦ ਦਸਤਾਵੇਜ਼, ਜਿਸ ਨੂੰ ਸੰਜੇ ਸੂਰੀ ਨੇ ਲਿਖਿਆ, ਜੋ ਉਸ ਵਕਤ ਇੰਡੀਅਨ ਐਕਸਪ੍ਰੈਸ ਦਾ ਇੱਕ ਨੌਜਵਾਨ ਪੱਤਰਕਾਰ ਸੀ। ਸੰਜੇ ਦੀ ਇਹ ਕਿਤਾਬ 2 ਮਾਮਲਿਆਂ ਵਿੱਚ ਅੱਖਾਂ ਖੋਲ੍ਹਣ ਵਾਲੀ ਹੈ। ਇਸ ਨੇ 1984 ਦੇ ਕਤਲੇਆਮ ਵਿੱਚ ਕਾਂਗਰਸੀ ਨੇਤਾਵਾਂ ਦੀ ਸ਼ਮੂਲੀਅਤ ਅਤੇ ਦਿੱਲੀ ਦੇ ਕੁਝ ਪੁਲਿਸ ਅਧਿਕਾਰੀਆਂ ਦੀ ਲਾਪਰਵਾਹੀ ਤੇ ਇੱਥੋਂ ਤੱਕ ਕਿ ਮਿਲੀ ਭੁਗਤ ਨੂੰ ਵੀ ਨੰਗਾ ਕਰ ਦਿੱਤਾ ਅਤੇ ਇਸ ਨੇ ਉਹਨਾਂ ਗੱਲਾਂ ਦੀ ਪੁਸ਼ਟੀ ਕੀਤੀ ਜੋ ਮੈਂ ਦਿੱਲੀ ਪੁਲਿਸ ਦੇ ਵਾਇਰਲੈਸ ਨੈਟਵਰਕ ਤੇ ਸੁਣੀਆਂ ਸਨ, ਜਿਸ ਦੀ ਮੈਂ 1 ਤੋਂ 3 ਨਵੰਬਰ 1984 ਤੱਕ 3 ਦਿਨਾਂ ਲਈ ਆਪਣੀ ਨਿੱਜੀ ਰੇਡੀਓ ਤੇ ਪੁਲਿਸ ਵਾਇਰਲੈਸ ਤੇ ਹੁੰਦੀ ਗੱਲਬਾਤ ਸੁਣੀ। ਮੈਂ ਇਹਨਾਂ ਸਾਰੇ ਲੇਖਕਾਂ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ। ਸਿੱਕਮ ਦੇ ਭਾਰਤ ਨਾਲ ਰਲੇਵੇਂ ਬਾਰੇ ਮੇਰੀ ਪਿਛਲੀ ਕਿਤਾਬ ਦੇ ਖਰੜੇ 2018 ਦੇ ਸ਼ੁਰੂ ਵਿੱਚ ਪ੍ਰਕਾਸ਼ਕਾਂ ਨੂੰ ਦਿੱਤੇ ਜਾਣ ਤੋਂ ਤੁਰੰਤ ਬਾਅਦ ਮੈਂ ਇਸ ਕਿਤਾਬ ਵਿੱਚ ਬਿਆਨ ਕੀਤੀਆਂ ਘਟਨਾਵਾਂ ਬਾਰੇ ਹੱਥ ਲਿਖਤ ਨੋਟ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਮੇਰੀ ਕਿਤਾਬ ਸਿੱਕਮ ਡਾਊਨ ਆਫ ਡੈਮੋਕ੍ਰੇਸੀ ਦੇ ਰਿਲੀਜ਼ ਹੋਣ ਤੋਂ ਬਾਅਦ ਮੈਂ ਉਹਨਾਂ ਨੋਟਾਂ ਦੀ ਸਮੱਗਰੀ ਆਪਣੀ ਧੀ ਹਰਮੀਤਾ ਨੂੰ ਬੋਲ ਕੇ ਲਿਖਵਾਉਣੀ ਸ਼ੁਰੂ ਕਰ ਦਿੱਤੀ ਅਤੇ ਉਹ ਨੋਟ ਇਸ ਕਿਤਾਬ ਵਿੱਚ ਸ਼ਾਮਲ ਕਰਨ ਲਈ ਕੰਮ ਆਏ। ਜਦੋਂ ਵੀ ਮੈਨੂੰ ਇਸ ਦੀ ਲੋੜ ਸੀ ਤਾਂ ਉਹ ਇਸ ਸਮੱਗਰੀ ਨੂੰ ਟਾਈਪ ਕਰਕੇ ਮੇਰੀ ਮਦਦ ਕਰਦੀ ਰਹੀ। ਮੇਰੇ ਬੇਟੇ ਗਗਨ ਨੇ ਮੈਨੂੰ ਇੰਟਰਨੈਟ ਤੇ ਢੁਕਵੀਂ ਸਮੱਗਰੀ ਲੱਭਣ ਅਤੇ ਸੰਪਾਦਨ ਤੋਂ ਪਹਿਲਾਂ ਤੇ ਸੰਪਾਦਨ ਦੇ ਪੜਾਵਾਂ ਦੌਰਾਨ
ਇਸ ਕਿਤਾਬ ਦੇ ਟਾਈਪ ਖਰੜੇ ਨੂੰ ਪੜ੍ਹਨ ਵਿੱਚ ਵੀ ਮਦਦ ਕੀਤੀ। ਕੁਝ ਮਹੱਤਵਪੂਰਨ ਸੁਝਾਅ ਦਿੱਤੇ ਜਿਨ੍ਹਾਂ ਨੂੰ ਕਿਤਾਬ ਵਿੱਚ ਸ਼ਾਮਿਲ ਕੀਤਾ ਗਿਆ ਹੈ। ਮੈਂ ਇਹਨਾਂ ਦੋਵਾਂ ਦੀ ਮਦਦ ਲਈ ਧੰਨਵਾਦੀ ਹਾਂ। ਸਾਬਕਾ ਡਾਇਰੈਕਟਰ ਜਨਰਲ ਸੁਰੱਖਿਆ ਆਰ.ਟੀ. ਨਾਗਰਾਨੀ ਦਾ ਵੀ ਵਿਸ਼ੇਸ਼ ਧੰਨਵਾਦ ਕਰਦਾ ਹਾਂ। ਉਹਨਾਂ ਨੇ ਰੱਦ ਕੀਤੇ ਗਏ ਹੈਲੀਬੋਰਨ ਕਮਾਂਡੋ ਆਪਰੇਸ਼ਨ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ, ਜਿਸ ਬਾਰੇ ਮੈਂ ਅਧਿਆਇ 8 ਵਿੱਚ ਲਿਖਿਆ ਹੈ। ਉਹਨਾਂ ਨੇ ਮੈਨੂੰ ਆਪਣੀ ਪਰਿਵਾਰਕ ਐਲਬਮ ਵੀ ਦਿਖਾਈ, ਜਿਸ ਵਿੱਚੋਂ ਮੈਂ ਕੁਝ ਚੰਗੀਆਂ ਫੋਟੋਆਂ ਲੈ ਸਕਿਆ ਜੋ ਕਿਤਾਬ ਵਿੱਚ ਕੰਮ ਆਈਆਂ। ਇਸ ਦੇ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਮੈਂ ਪ੍ਰਕਾਸ਼ ਸਿੰਘ, ਸਾਬਕਾ ਡੀਜੀਪੀ ਯੂਪੀ ਅਤੇ ਡੀਜੀ ਬੀਐਸਐਫ ਦਾ ਵੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਉਹਨਾਂ ਦੀ ਇੱਕ ਟਿੱਪਣੀ ਦਾ ਹਵਾਲਾ ਦੇਣ ਦੀ ਆਗਿਆ ਦਿੱਤੀ, ਜਿਸ ਦੇ ਵੇਰਵੇ ਭੂਮਿਕਾ ਵਿੱਚ ਦਿੱਤੇ ਗਏ ਹਨ। ਇੰਡੀਅਨ ਐਕਸਪ੍ਰੈਸ ਦੇ ਸਾਬਕਾ ਸੀਨੀਅਰ ਪੱਤਰਕਾਰ ਜੀ.ਐਸ. ਚਾਵਲਾ ਨੇ ਮੇਰੇ ਨਾਲ ਆਪਣੇ ਕੁਝ ਤਜਰਬੇ ਸਾਂਝੇ ਕੀਤੇ, ਜਿਨ੍ਹਾਂ ਨਾਲ ਮੈਨੂੰ ਬਿਹਤਰ ਤਰੀਕੇ ਨਾਲ ਇਹ ਸਮਝਣ ਵਿੱਚ ਮਦਦ ਮਿਲੀ ਕਿ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਸੀ। ਮੈਂ ਜੀ.ਐਸ. ਪੰਧੇਰ ਦਾ ਵੀ ਧੰਨਵਾਦੀ ਹਾਂ, ਜੋ ਸਾਬਕਾ ਡੀਜੀ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ BPRD ਸਨ ਅਤੇ ਅੰਮ੍ਰਿਤਸਰ ਵਿਖੇ ਉਸ ਸਮੇਂ BSF ਦੇ DIG ਸਨ ਜਦੋਂ ਆਪਰੇਸ਼ਨ ਬਲੂ ਸਟਾਰ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਾਬਕਾ DGP ਪੰਜਾਬ MPS ਔਲਖ ਦਾ ਵੀ ਉਹਨਾਂ ਦੁਆਰਾ ਮੁਹੱਈਆ ਕਰਵਾਈ ਗਈ ਜਾਣਕਾਰੀ ਲਈ ਧੰਨਵਾਦੀ ਹਾਂ, ਜੋ 1982 ਤੋਂ 1985 ਤੱਕ ਸਹਾਇਕ ਨਿਰਦੇਸ਼ਕ ਇੰਟੈਲੀਜੈਂਸ ਬਿਊਰੋ ਅੰਮ੍ਰਿਤਸਰ ਦੇ ਅਹਿਮ ਅਹੁਦੇ ਤੇ ਤਾਇਨਾਤ ਸਨ। 1982 ਅਤੇ 1983 ਵਿੱਚ ਇੰਦਰਾ ਗਾਂਧੀ ਦੁਆਰਾ ਕੀਤੇ ਗਏ ਅਮਰੀਕਾ ਦੇ 2 ਦੌਰਿਆਂ ਦੌਰਾਨ ਬਹੁਤ ਮਦਦਗਾਰ ਸਾਬਤ ਹੋਣ ਦੇ ਲਈ ਮੇਰੇ ਦੋਸਤ ਅਤੇ IPS ਬੈਚਮੇਟ ਰਤਨ ਸਹਿਗਲ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ। ਮੈਂ ਆਪਣੇ IPS ਬੈਚਮੇਟ ਚਮਨ ਲਾਲ ਦਾ ਵੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਉਸ ਸਮੇਂ ਦੀ ਪੰਜਾਬ ਪੁਲਿਸ ਦੇ ਕੰਮਕਾਜ ਬਾਰੇ ਬਹੁਤ ਲਾਭਦਾਇਕ ਜਾਣਕਾਰੀ ਪ੍ਰਦਾਨ ਕੀਤੀ। ਜਦੋਂ 2 ਸਾਲਾਂ ਲਈ ਉਹਨਾਂ ਨੂੰ DIG BSF ਬਾਰਡਰ ਅਤੇ ਪੰਜਾਬ ਪੁਲਿਸ ਵਜੋਂ ਤਾਇਨਾਤ ਕੀਤਾ ਗਿਆ ਸੀ। ਮੇਰੇ ਇੱਕ ਹੋਰ IPS ਬੈਚਮੇਟ PS ਬਾਵਾ ਨੇ ਦਿੱਲੀ ਪੁਲਿਸ ਦੇ ਕੰਮਕਾਜ ਅਤੇ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਵਿੱਚ ਇਸ ਦੀ ਭੂਮਿਕਾ ਸਮਝਣ ਵਿੱਚ ਮੇਰੀ ਮਦਦ ਕੀਤੀ। ਮੈਂ ਭਾਈ ਵੀਰ ਸਿੰਘ ਸਾਹਿਤ ਸਦਨ BVSS ਨਵੀਂ ਦਿੱਲੀ ਦੇ ਨਿਰਦੇਸ਼ਕ ਡਾਕਟਰ ਮਹਿੰਦਰ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕਰਦਾ ਹਾਂ। ਉਹਨਾਂ ਨੇ ਆਪਣੀ ਨਿੱਜੀ ਲਾਇਬ੍ਰੇਰੀ ਚੋਂ ਮੈਨੂੰ ਕਿਤਾਬਾਂ ਦਿੱਤੀਆਂ ਜੋ ਅਧਿਆਇ 1 ਦੇ ਕੁਝ ਹਿੱਸੇ ਲਿਖਣ ਵਿੱਚ ਲਾਭਦਾਇਕ ਸਾਬਤ ਹੋਈਆਂ। ਉਹਨਾਂ ਨੇ ਕੁਝ ਬਹੁਤ ਅਹਿਮ ਫੋਟੋਆਂ ਵੀ ਉਪਲਬਧ ਕਰਵਾਈਆਂ ਜੋ ਇਸ ਕਿਤਾਬ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਰਾਜਦੂਤ KC ਸਿੰਘ ਸੇਵਾ ਮੁਕਤ, ਜਿਨ੍ਹਾਂ ਨੂੰ ਹਾਲੇ ਵੀ ਉਹ ਸੰਖੇਪ ਗੱਲਬਾਤ ਯਾਦ ਸੀ ਜੋ ਸਤੰਬਰ 1983 ਵਿੱਚ ਨਿਊਯਾਰਕ ਵਿਖੇ ਸਾਡੇ ਦੋਵਾਂ ਵਿਚਕਾਰ ਹੋਈ ਸੀ, ਨੇ ਮੇਰੇ ਨਾਲ ਜਾਣਕਾਰੀ ਸਾਂਝੀ ਕੀਤੀ ਜੋ ਨਵੰਬਰ 1984 ਵਿੱਚ ਰਾਸ਼ਟਰਪਤੀ ਸਕੱਤਰੇਤ ਵਿੱਚ ਡਿਪਟੀ ਸਕੱਤਰ ਵਜੋਂ ਤਾਇਨਾਤ ਹੋਣ ਦੌਰਾਨ ਉਹਨਾਂ ਨੂੰ ਮਿਲੀ ਸੀ। ਇਸ ਦੇ ਲਈ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਸਾਬਕਾ ਕੈਬਨਿਟ ਸਕੱਤਰ ਅਤੇ ਪੱਛਮੀ ਬੰਗਾਲ ਤੇ ਪੰਜਾਬ ਦੇ ਗਵਰਨਰ 10 ਅਕਤੂਬਰ 1983 ਤੋਂ 3 ਜੁਲਾਈ 1984 ਤੱਕ ਸਵਰਗਵਾਸੀ BD ਪਾਂਡੇ ਦੀਆਂ ਯਾਦਾਂ ਤੇ ਆਧਾਰਿਤ ਕਿਤਾਬ ਇਨ ਦ ਸਰਵਿਸ ਆਫ ਫ੍ਰੀ ਇੰਡੀਆ ਮੈਮਰੀਜ਼ ਆਫ ਅ ਸਿਵਲ ਸਰਵੈਂਟ, ਜਿਸ ਨੂੰ ਉਹਨਾਂ ਦੀ ਧੀ ਰਤਨਾ ਸੁਦਰਸ਼ਨ ਨੇ ਸੰਪਾਦਿਤ ਕੀਤਾ ਅਤੇ ਹਾਲ ਹੀ ਵਿੱਚ ਸਪੀਕਿੰਗ ਟਾਈਗਰਸ ਬੁੱਕਸ ਨਵੀਂ ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਕਿਤਾਬ ਨੇ ਮੇਰੇ ਵੱਲੋਂ 1 ਸਾਲ ਪਹਿਲਾਂ ਅੰਗਰੇਜ਼ੀ ਵਿੱਚ ਲਿਖੀ ਗਈ ਕਿਤਾਬ ਵਿੱਚ ਦੱਸੇ ਗਏ ਕਈ ਤੱਥਾਂ ਅਤੇ ਨਿਰੀਖਣਾਂ ਦੀ ਪੁਸ਼ਟੀ ਕੀਤੀ ਹੈ। ਸੰਬੰਧਿਤ ਸਥਾਨਾਂ ਤੇ ਸਾਰਾਂਸ਼ ਪੇਸ਼ ਕੀਤੇ ਗਏ ਹਨ। ਮੈਂ ਰਤਨਾ ਦਾ ਅਤਿ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣੇ ਪਿਤਾ ਜਿਹੇ ਬਹੁਤ ਹੀ ਮੰਨੇ ਜਾਂਦੇ ਵਿਅਕਤੀ ਦੀਆਂ ਯਾਦਾਂ ਪ੍ਰਕਾਸ਼ਿਤ ਕਰਵਾਈਆਂ। ਅੰਤ ਵਿੱਚ ਪ੍ਰਕਾਸ਼ਕ ਹਾਰਪਾਕਲਿੰਜ਼ ਦੀ ਕਾਰਜਕਾਰੀ ਸੰਪਾਦਕ ਬਹੁਤ ਮਿਹਨਤੀ ਸਵਾਤੀ ਚੋਪੜਾ ਦਾ ਵਿਸ਼ੇਸ਼ ਧੰਨਵਾਦ, ਜਿਨ੍ਹਾਂ ਦੀ ਸਹਾਇਤਾ ਨਾਲ ਇਹ ਕਿਤਾਬ ਮੂਲ ਰੂਪ ਵਿੱਚ ਅੰਗਰੇਜ਼ੀ 'ਚ ਪ੍ਰਕਾਸ਼ਿਤ ਹੋਈ। ਪੂਰੀ ਲਿਖਤ ਪ੍ਰਕਿਰਿਆ ਅਤੇ ਅਕਤੂਬਰ 2020 ਵਿੱਚ ਇਸ ਕਿਤਾਬ ਦੇ ਛਪਣ ਤੱਕ ਉਹਨਾਂ ਨੇ ਬਹੁਤ ਸਮਰਥਨ ਦਿੱਤਾ ਅਤੇ ਸੰਪਾਦਨ ਪੜਾਅ ਤੇ ਬਹੁਤ ਸਾਰੇ ਕੀਮਤੀ ਸੁਝਾਅ ਦਿੱਤੇ। ਮੈਂ ਬਹੁਤ ਮਿਹਨਤੀ ਅਤੇ ਕਾਬਲ ਹਰਜੋਤ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਵਾਈਟ ਕ੍ਰੋ ਪਬਲਿਸ਼ਰਜ਼ ਵੱਲੋਂ ਇਸ ਕਿਤਾਬ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ।